ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਰੰਪਾਰ ਕਿਰਪਾ ਦਾ ਸਦਕਾ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਆਪਾਂ ਰੱਬੀ ਬਾਣੀ ਇਲਾਹੀ ਬਾਣੀ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਜੋ ਸਤਿਗੁਰਾਂ ਦਾ ਪਾਵਨ ਪਵਿੱਤਰ ਹੁਕਮ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰਾਂ ਦੀ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਅਤੀ ਜ਼ਰੂਰੀ ਹੈ। ਸਤਿਗੁਰਾਂ ਦਾ ਹੁਕਮ ਮੰਨਦੇ ਹੋਏ ਆਪਾਂ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਔਰ ਸ਼ਬਦ ਨੂੰ ਵਿਚਾਰਨ ਦੇ ਦੁਆਰਾ ਸਾਨੂੰ ਸਮਝ ਆਉਂਦੀ ਹੈ ਕਿ ਸਤਿਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਸ਼ਬਦ ਦੀ ਵਿਚਾਰ ਨਾਲ ਜੁੜਨ ਦੇ ਦੁਆਰਾ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਸ਼ਬਦ ਦੀ ਵਿਚਾਰ ਨਾਲ ਜੁੜਨ ਦੇ ਨਾਲ ਸਾਡਾ ਗੁਰੂ ਚਰਨਾਂ ਨਾਲ ਪ੍ਰੇਮ ਬਣਦਾ ਹੈ। ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ, ਧਰਮ ਦੇ ਨਾਲ ਕਿਵੇਂ ਜੁੜਨਾ ਹੈ, ਉਸ ਮਾਲਕ ਦੇ ਨਾਲ ਕਿਵੇਂ ਜੁੜਨਾ ਹੈ, ਇਹ ਸਾਨੂੰ ਸ਼ਬਦ ਦੇ ਵਿਚਾਰਨ ਦੇ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਸ਼ਬਦ ਦੇ ਦੁਆਰਾ ਹੀ ਸਾਡਾ ਜੀਵਨ ਜਿਹੜਾ ਹੈ ਉਹ ਸ਼ੁੱਧ ਹੋਣਾ ਹੈ। ਸ਼ਬਦ ਦੇ ਨਾਲ ਜੁੜਨ ਦੇ ਨਾਲ ਹੀ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ, ਕਿਉਂਕਿ ਗੁਰੂ ਦਾ ਜਿਹੜਾ ਸ਼ਬਦ ਹੈ, ਗੁਰਬਾਣੀ ਹੈ ਨਾ, ਇਹ ਭਵਜਲ ਸਾਗਰ ਤੋਂ ਪਾਰ ਲਾਉਣ ਵਾਲਾ ਇਹ ਜਹਾਜ਼ ਹੈ। ਇੱਕ ਇੱਕ ਸ਼ਬਦ ਜਿਹੜਾ ਹੈ ਗੁਰਬਾਣੀ ਦਾ, ਇਹ ਨਾਮ ਦਾ ਜਹਾਜ਼ ਹੈ। ਔਰ ਸਤਿਗੁਰੂ ਜੀ ਗਰੀਬ ਨਿਵਾਜ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ, ਇਹ ਮਨੁੱਖ ਅਸਲ ਦੇ ਵਿੱਚ ਤਾਂ ਤੂੰ ਮਨੁੱਖਾ ਜਨਮ ਤੈਨੂੰ ਮਿਲਿਆ ਹੀ ਇਸੇ ਕਰਕੇ ਹੈ, ਗੁਰਬਾਣੀ ਨੂੰ ਪੜ੍ਹਨ ਔਰ ਸੁਣਨ ਵਾਸਤੇ ਆਇਓ। ਪੜ੍ਹਨ ਸੁਣਨ ਕੋ ਬਾਣੀ, ਆਇਆ ਕਾਹਦੇ ਵਾਸਤੇ ਹੈ? ਸੰਸਾਰ ਦੇ ਅੰਦਰ ਗੁਰਬਾਣੀ ਨੂੰ ਪੜ੍ਹਨ ਔਰ ਸੁਣਨ ਵਾਸਤੇ। ਨਾਮ ਵਿਸਾਰ ਲੱਗੇ ਅਣ ਲਾਲਚ, ਬਿਰਥਾ ਜਨਮ ਪ੍ਰਾਣੀ। ਨਾਮ ਨੂੰ ਵਿਸਾਰ ਕੇ ਦੁਨਿਆਵੀ ਲਾਲਚਾਂ ਦੇ ਵਿੱਚ ਇੰਨਾ ਜ਼ਿਆਦਾ ਫਸ ਗਿਆ ਕਿ ਜਿਸ ਗੁਰਬਾਣੀ ਨੂੰ ਪੜ੍ਹਨ ਔਰ ਸੁਣਨ ਵਾਸਤੇ ਆਇਆ ਸੀ ਉਹਦਾ ਚੇਤਾ ਹੀ ਭੁੱਲ ਗਿਆ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਆ ਮਨੁੱਖ, ਜੇ ਤੂੰ ਲੋਕ ਔਰ ਪਰਲੋਕ ਦੇ ਅੰਦਰ ਸੁਖੀ ਰਹਿਣਾ ਚਾਹੁੰਦਾ ਹੈ ਨਾ, ਫਿਰ ਪਰਮਾਤਮਾ ਦੀ ਬੰਦਗੀ ਕਰ, ਗੁਰਬਾਣੀ ਪੜ੍ਹ। ਕਿਹੜਾ ਹੈ ਐਸਾ ਦੁਨੀਆ ਦੇ ਅੰਦਰ ਮਨੁੱਖ ਜਿਹੜਾ ਕਵੇ ਮੈਂ ਤਾਂ ਸੁਖੀ ਨਹੀਂ ਰਹਿਣਾ ਚਾਹੁੰਦਾ, ਮੈਨੂੰ ਸੁੱਖ ਨਹੀਂ ਚਾਹੀਦੇ? ਐਸਾ ਤਾਂ ਕੋਈ ਵੀ ਨਹੀਂ ਹੈ ਦੁਨੀਆ ਦੇ ਅੰਦਰ। ਮਨੁੱਖ ਤਾਂ ਮਨੁੱਖ ਹੈ, ਜੀਵ ਜੰਤੂ ਵੀ ਨੇ ਨਾ, ਜਿਹੜੇ ਜਾਨਵਰ ਨੇ, ਪਸ਼ੂ ਨੇ, ਕੋਈ ਵੀ ਜੀਵ ਜੰਤੂ ਹੈ, ਸਾਰੇ ਹੀ ਸੁੱਖ ਲੈਣਾ ਚਾਹੁੰਦੇ ਨੇ, ਸਾਰੇ ਹੀ ਸੁੱਖਾਂ ਨੂੰ ਚਾਹੁਣ ਵਾਲੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਬਾਕੀ ਦੇ ਜੀਵ ਜੰਤੂ ਜਿਹੜੇ ਨੇ ਉਹ ਇੰਨੀ ਸਮਝ ਨਹੀਂ ਰੱਖਦੇ, ਫਿਰ ਵੀ ਸੁੱਖ ਲੋੜਦੇ ਨੇ। ਤੇ ਇਹਨੂੰ ਤਾਂ ਮਨੁੱਖ ਸਮਝ ਵੀ ਬੜੀ ਹੈ। ਜੇ ਤੂੰ ਸੁੱਖ ਚਾਹੁੰਦਾ ਫਿਰ ਗੁਰਬਾਣੀ ਨਾਲ ਜੁੜ ਜਾ। ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਨਾਲ ਜੁੜ ਜਾਵੇਂਗਾ, ਲੋਕ ਪਰਲੋਕ ਦੇ ਸੁੱਖ ਜਿਹੜੇ ਨੇ ਉਹ ਤੇਰੀ ਝੋਲੀ ਦੇ ਵਿੱਚ ਪੈ ਜਾਣੇ ਨੇ। ਜੁੜੀਏ ਰਾਮ ਦੇ ਨਾਲ, ਕਣ ਕਣ ਵਿੱਚ ਰਮਿਆ ਹੋਇਆ ਰਾਮ, ਉਹਦੇ ਨਾਲ ਆਪਾਂ ਜੁੜਨਾ ਹੈ, ਸਾਨੂੰ ਗੁਰਬਾਣੀ ਨਾਲ ਜੁੜਨਾ ਪਵੇਗਾ। ਔਰ ਕਣ ਕਣ ਦੇ ਵਿੱਚ ਰਮਿਆ ਹੋਇਆ ਜਿਹੜਾ ਰਾਮ ਹੈ, ਪ੍ਰਮਾਤਮਾ ਵਾਹਿਗੁਰੂ ਹੈ ਜਿਹੜਾ, ਉਹਦੇ ਨਾਲ ਵੀ ਅਸੀਂ ਜੁੜ ਜਾਵਾਂਗੇ ਜਦੋਂ ਗੁਰਬਾਣੀ ਨਾਲ ਜੁੜ ਜਾਵਾਂਗੇ। ਤੇ ਜਦੋਂ ਉਸ ਕਣ ਕਣ ਵਿੱਚ ਰਮੇ ਹੋਏ ਰਾਮ ਨਾਲ ਜੁੜ ਜਾਵਾਂਗੇ, ਸਾਨੂੰ ਸਾਰੇ ਸੁੱਖ ਮਿਲ ਜਾਣੇ ਨੇ, ਕਿਉਂਕਿ ਸਾਰੇ ਸੁੱਖਾਂ ਦਾ ਉਹ ਦਾਤਾ ਹੈ।
सब सुख दाता राम है, दूसर नाही कोई। सतगुरु जी कहते सारे सुख देने वाला वो जरे जरे दे विच रमिया होया राम है, दूसर नाही कोई, दूजा तो कोई है ही नहीं है कुछ देने वाला। की कोई दे सकता है? जे मंगते बनना है तो अपने गुरु के दरबारां दे मंगते बनी है। दर दर दा मंगता हमेशा ही भुखा रह जाता है। एक दर दा मंगता जिहड़ा है लोक और परलोक दे दातां जड़ियां ने उहदी झोली दे विच पै जांदियां ने। ऐसी बख्शिश कीती है सतगुरां ने अज दे पावन पवित्र शब्द दे अंदर। और लड़ीवार तहत शब्द की विचार नाल जुड़न तो पहला करिए रचना पवित्र ते आखो जी सतनाम श्री वाहिगुरु साहिब जी। सतनाम श्री वाहिगुरु साहिब जी। वडहंस महला तीजा। गुरमुख सच संजम तत् ज्ञान। गुरमुख सच लगे ध्यान। गुरमुख मन मेरे नाम संभाल। सदा निभै चलै तेरे नाल। रहाओ गुरमुख जात पत सच सोय। गुरमुख अंतर सखाई प्रभ होय। गुरमुख जिसनु आप करे सो होय। गुरमुख आप वडाई देवै सोय। गुरमुख शब्द सच करनी सारा। गुरमुख नानक परवार साधार। धन धन साहिब श्री गुरु अमरदास सच्चे पातशाह इस पावन पवित्र शब्द के अंदर बख्शिश पै करते ने। गुरमुख सच संजम तत् ज्ञान। गुरमुख साचे लगे ध्यान। सतगुरु जी कहते जिहड़ा मनुख गुरमुख बन गया, गुरमुख तो भाव हुंदा गुर मुख, गुरु वल्ले जी का मुख है। गुरु वल्ले मुख तो की भाव है? गुरु दे हर एक उपदेश नूं ध्यान नाल सुणदा है, हिरदे दे अंदर धारण करदा है। गुरु दे दसे होए उपदेश अनुसार अपना जीवन बतीत करदा है, वो गुरमुख है। ते सतगुरु जी कहते जदों कोई भी मनुख गुरमुख बन जाता है ना, ਉਹਦਾ जीवन जिहड़ा है वो गुरु दे मत अनुसार फिर वो जीवन अपना जिहड़ा है वो जिउंदा है। और सतगुरु जी कहते गुरमुख सच संजम तत् ज्ञान। संजम तो भाव हुंदा है ज्ञान इंद्रियां नूं, कर्म इंद्रियां नूं बुरे कामां वाले पासों मोड़ना, उहनूं संजम कहा जाता है। ते सतगुरु जी कहते ने जदों कोई गुरमुख मालक वाहिगुरू जी के चरणों नाल जुड़ जाता है ना, परमात्मा की बंदगी करता है, उन्होंने ज्ञान प्राप्त हो जाता है। और उस ज्ञान के द्वारा ही उहदे कर्म इंद्रे ज्ञान इंद्रे जिहड़े ने वो परमात्मा की बंदगी दे विच लग जाते हैं, सिमरन दे विच लग जाते हैं। ते सतगुरु जी कहते गुरमुख साचे लगे ध्यान। जिहड़ा गुरमुख है सच्चे प्रभु परमात्मा जिहड़ा कदे भी नाश होने वाला नहीं है, वो सच्चा वाहिगुरू है। लगे ध्यान, उहदा ध्यान जिहड़ा उस मालक दे चरनां दे विच जुड़दा है। ध्यान लाउणा, ध्यान लाउणा की हुंदा है? जिस तरह बैठे आपां गुरु की सतसंगत दे विच कई बार ध्यान जिहड़ा साडा वार वार बाहर जांदा है। आ काम अज इउं करना है, आ इंज करांगे, अज इधर जाना है, ਉਹਦੇ ਕੋਲੋਂ आ कुछ लेना है, आदे कोलों आ कुछ देना है। ये की है? ध्यान। जदों आपां गुरमुख बनांगे उदों साडा ध्यान जिहड़ा है ये उडना बंद हो जाएगा, पासे नहीं जाएगा। जो कुछ
ਗੁਰਬਾਣੀ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਉਹਦੇ ਵਿੱਚ ਸਾਡਾ ਧਿਆਨ ਜੁੜ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਕੋਈ ਗੁਰਮੁਖ ਬਣ ਜਾਏ, ਸਾਚੇ ਲੱਗੇ ਧਿਆਨ ਸੱਚੇ ਪ੍ਰਭੂ ਪਰਮਾਤਮਾ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਾਡਾ ਧਿਆਨ ਜੁੜਨ ਲੱਗ ਪੈਂਦਾ ਹੈ। ਪਰ ਚੇਤੇ ਰਹੇ, ਧਿਆਨ ਜੁੜਨ ਵੀ ਲੱਗ ਪਵੇ, ਗਿਆਨ ਵੀ ਪ੍ਰਾਪਤ ਹੋ ਜਾਵੇ ਨਾ, ਫਿਰ ਵੀ ਹੁੰਦਾ ਕੀ ਹੈ, ਜਦੋਂ ਰਿਜ਼ਕ ਆਉਣ ਲੱਗ ਪਿਆ ਨਾ, ਮੰਨ ਲਓ ਦੁਨਿਆਵੀ ਧਨ ਦੌਲਤ ਸੁਭਾਵਿਕ ਹੁੰਦਾ, ਉਦੋਂ ਫਿਰ ਚੋਰ ਪੈਣੇ ਸ਼ੁਰੂ ਹੋ ਜਾਂਦੇ ਨੇ ਵੀ ਫਲਾਣੇ ਬੰਦੇ ਕੋਲ ਧਨ ਬੜਾ ਹੈ ਨਾ, ਚੋਰ ਪੈਣੇ ਸ਼ੁਰੂ ਹੋ ਜਾਂਦੇ ਨੇ। ਫਿਰ ਚੋਰਾਂ ਤੋਂ ਰਾਖੀ ਵਾਸਤੇ ਮਨੁੱਖ ਨੂੰ ਵੀ ਯਤਨ ਕਰਨੇ ਪੈਂਦੇ ਨੇ ਵੀ ਚੋਰਾਂ ਤੋਂ ਬਚਾ ਕਿਵੇਂ ਕਰਨਾ ਹੈ। ਇਸੇ ਤਰ੍ਹਾਂ ਜਦੋਂ ਨਾਮ ਦਾ ਧਨ ਹਿਰਦੇ ਦੇ ਅੰਦਰ ਇਕੱਠਾ ਹੋਣ ਲੱਗ ਪਵੇ ਨਾ, ਸੁਭਾਵਿਕ ਹੈ ਫਿਰ ਵਿਕਾਰ ਜਿਹੜੇ ਨੇ ਉਹ ਘੇਰਾ ਪਾਉਂਦੇ ਨੇ। ਪੰਜ ਚੋਰ ਜਿਹੜੇ ਨਾ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਬਾਹਰੋਂ ਚੋਰ ਆਉਂਦਾ ਹੋਵੇ, ਆਪਾਂ ਘਰਾਂ ਦੇ ਵਿੱਚ ਕਈ ਵਾਰ ਕੈਮਰੇ ਲਾ ਦਿੱਤੇ, ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਆਪਾਂ ਹਥਿਆਰ ਲੈ ਲਏ ਵੀ ਆਪਾਂ ਚੋਰਾਂ ਤੋਂ ਰਾਖੀ ਕਰਨੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਪੰਜ ਚੋਰ ਜਿਹੜੇ ਨੇ ਤੁਹਾਡੇ ਅੰਦਰ ਹੀ ਬੈਠੇ ਹੋਏ ਨੇ, ਸਾਡੇ ਤਨ ਦੇ ਅੰਦਰ ਬੈਠੇ ਹੋਏ ਨੇ, ਇਹਨਾਂ ਤੋਂ ਬਚਤ ਕਿਵੇਂ ਕਰਨੀ ਹੈ, ਬਚਾ ਕਿਵੇਂ ਹੋ ਸਕਦਾ, ਜਿਹੜੇ ਚੋਰ ਅੰਦਰ ਹੀ ਬੈਠੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ? ਗੁਰਬਾਣੀ ਦੇ ਸ਼ਬਦ ਦੇ ਦੁਆਰਾ। ਗੁਰਬਾਣੀ ਸਾਨੂੰ ਬਚਾਏਗੀ। ਜਦੋਂ ਫਿਰ ਨਾਮ ਦਾ ਧਨ ਸਾਡੇ ਹਿਰਦੇ ਦੇ ਅੰਦਰ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ ਨਾ, ਉਦੋਂ ਪੰਜ ਵਿਕਾਰ ਜਿਹੜੇ ਨੇ ਇਹ ਵੀ ਬੜਾ ਜ਼ੋਰ ਪਾਉਂਦੇ ਨੇ। ਕਾਮ ਵੱਖਰਾ ਜ਼ੋਰ ਪਾਉਂਦਾ ਹੈ, ਕ੍ਰੋਧ ਵੱਖਰਾ ਜ਼ੋਰ ਪਾਉਂਦਾ ਹੈ, ਹੰਕਾਰ ਵੱਖਰਾ ਜ਼ੋਰ ਪਾਉਂਦਾ ਹੈ, ਲੋਭ, ਇਹ ਸਾਰੇ ਆਪਣਾ ਆਪਣਾ ਫਿਰ ਜ਼ੋਰ ਲਾਉਣ ਲੱਗ ਪੈਂਦੇ ਨੇ ਵੀ ਇਹ ਨਾਮ ਦੇ ਵਿੱਚ ਕਿਵੇਂ ਜੁੜ ਗਿਆ, ਉਹ ਆਪਣਾ ਜ਼ੋਰ ਲਾਉਣ ਲੱਗ ਪੈਂਦੇ। ਫਿਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਕੰਮ ਕਰੋ ਤੁਸੀਂ, ਜੇ ਇਹ ਕੰਮ ਆਪਾਂ ਕਰ ਲਿਆ ਤੇ ਇਹ ਪੰਜ ਵਿਕਾਰ ਜਿਹੜੇ ਨੇ ਇਹ ਸਾਡੇ ਉੱਤੇ ਹਾਵੀ ਨਹੀਂ ਹੋ ਸਕਣਗੇ। ਉਹ ਕੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਨੂੰ ਹਥਿਆਰ ਦਿੰਦੇ ਨੇ ਵੀ ਆਹ ਹਥਿਆਰ ਰੱਖੋ ਕੋਲ, ਤੇ ਇਹ ਪੰਜ ਵਿਕਾਰ ਜਿਹੜੇ ਨੇ ਤੁਹਾਡੇ ਤੇ ਹੈਵੀ ਨਹੀਂ ਹੋ ਸਕਣਗੇ, ਤੁਹਾਨੂੰ ਲੁੱਟ ਨਹੀਂ ਸਕਣਗੇ। ਉਹ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਆਗੈ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਗਰੀਬੀ ਤੋਂ ਭਾਵ ਕੀ ਹੈ? ਬਾਹਰੀ ਗਰੀਬੀ ਨਹੀਂ, ਅੰਦਰ ਨਿਮਰਤਾ ਹੋ ਜਾਵੇ। ਜਿਵੇਂ 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 ਆਪਾਂ ਵੇਖਦੇ ਹਾਂ ਨਾ, ਕੋਈ ਦਰਖਤ ਫਲਦਾਰ ਹੋਵੇ ਬੂਟਾ, ਜਦੋਂ ਉਹਨੂੰ ਫਲ ਲੱਗਣਾ ਸ਼ੁਰੂ ਹੋ ਜਾਏ ਨਾ, ਫਲ ਦੇ ਨਾਲ ਭਰ ਜਾਵੇ, ਕੀ ਹੁੰਦਾ ਫਿਰ ਉਹਦੀਆਂ ਟਾਹਣੀਆਂ ਜਿਹੜੀਆਂ ਨੇ ਉਹ ਧਰਤੀ ਵੱਲੇ ਲਿਫਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨਿਉ ਜਾਂਦੀਆਂ ਨੇ, ਝੁਕ ਜਾਂਦੀਆਂ ਨੇ। ਉਹ ਸਗੋਂ ਜਿਹੜਾ ਦਰਖਤ ਆਕੜਿਆ ਰਹਿ ਜਾਂਦਾ ਹੈ, ਸਮਝ ਲਓ ਉਹਨੂੰ ਫਲ ਤਾਂ ਲੱਗਿਆ ਹੀ ਕੋਈ ਨਹੀਂ। ਜਿਵੇਂ ਗੁਰਬਾਣੀ ਨੇ ਵੀ ਜ਼ਿਕਰ ਕੀਤਾ, ਸਿੰਮਲ ਰੁੱਖ ਦਾ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ, ਬਹੁਤ ਲੰਮਾ ਉੱਚਾ ਹੋ ਜਾਂਦਾ। ਸਿੰਮਲ ਰੁੱਖ ਸਰਾਏ ਰਾਤ ਦੀਰਗਤ ਮੁੱਚ, ਉਹ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇਂ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਰੇ ਗੁਣਾਂ ਦਾ ਨਿਚੋੜ ਜਿਹੜਾ ਹੈ ਉਹ ਨਿਮਰਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਗਰੀਬੀ ਗਦਾ ਹਮਾਰੀ, ਨਿਮਰਤਾ ਜਿਹੜੀ ਹੈ ਉਹ ਗਦਾ। ਗਦਾ ਤੋਂ ਭਾਵ ਕੀ ਹੁੰਦਾ ਹੈ? ਗੁਰਜ, ਹਥਿਆਰ। ਇਹ ਮੇਰਾ ਬੜਾ ਵੱਡਾ ਹਥਿਆਰ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਸਾਰਿਆਂ ਦੀ ਚਰਨ ਧੂੜ, ਭਾਵ ਕਿ ਸਾਰਿਆਂ ਦੇ ਅੱਗੇ ਨਿਮਰਤਾ ਦੇ ਨਾਲ ਪੇਸ਼ ਆਉਣਾ। ਇਹ ਕੀ ਹੈ? ਖੰਨਾ। ਖੰਨਾ ਤੋਂ ਭਾਵ ਕੀ ਹੈ? ਖੰਡਾ। ਖੰਨਾ ਦਾ ਭਾਵ ਹੁੰਦਾ ਖੰਡਾ। ਇਹ ਮੇਰਾ ਖੰਡਾ ਹੈ, ਮੇਰਾ ਹਥਿਆਰ ਹੈ। ਸਾਰਿਆਂ ਦੇ ਅੱਗੇ ਨਿਮਰਤਾ ਸਹਿਤ ਝੁਕਣਾ ਔਖਾ ਹੈ ਕੰਮ। ਔਰ ਆਮ ਤੌਰ 'ਤੇ ਆਪਾਂ ਦੁਨੀਆ ਦੇ ਅੰਦਰ ਵੇਖਦੇ ਹਾਂ, ਕੋਈ ਅਮੀਰ ਬੰਦਾ ਹੋਵੇ, ਕੋਈ ਤਾਕਤਵਰ ਹੋਵੇ, ਸਾਰੇ ਲੋਕ ਹੀ ਉਹਦੇ ਅੱਗੇ ਝੁਕਦੇ ਨੇ। ਭਾਵੇਂ ਉਹ ਛੋਟੀ ਉਮਰ ਦਾ ਹੀ ਹੋਵੇ, ਤਾਂ ਵੀ ਲੋਕ ਝੁਕੀ ਜਾਂਦੇ ਨੇ। ਕਿਉਂ? ਉਹਦੇ ਕੋਲ ਧਨ ਦੌਲਤ ਹੈ, ਉਹਦੇ ਕੋਲ ਤਾਕਤ ਹੈ, ਤਾਕਤ ਦੇ ਅੱਗੇ ਦੁਨੀਆ ਝੁਕਦੀ ਹੈ। ਪਰ ਨਿਮਰਤਾ ਜਦੋਂ ਮਨ ਦੇ ਅੰਦਰ ਆ ਜਾਂਦੀ ਹੈ, ਅੱਤ ਦਾ ਕੋਈ ਗਰੀਬ ਵੀ ਹੋਵੇ, ਸਾਡੇ ਤੋਂ ਵੱਡਾ ਹੈ, ਬਜ਼ੁਰਗ ਹੈ,
अति सत्कार ਉਹਦਾ ਵੀ ਅਸੀਂ ਕਰਨਾ ਹੈ। ਨਿਮਰਤਾ ਹੋਏਗੀ ਫਿਰ ਤਾਂ ਬੰਦਾ ਕਰੇਗਾ, ਨਹੀਂ ਤਾਂ ਗਰੀਬ ਨੂੰ ਕੌਣ ਸਤਿਕਾਰ ਦਿੰਦਾ ਹੈ। ਨਿਰਧਨ ਆਦਰ ਕੋਏ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਧਰੇ। ਲੱਖਾਂ ਵੀ ਯਤਨ ਸਿਆਣਾ ਵੀ ਹੋਵੇ, ਜਿੱਡਾ ਮਰਜ਼ੀ ਸਮਝਦਾਰ ਹੋਵੇ, ਗਰੀਬ ਬੰਦੇ ਨੂੰ ਆਦਰ ਕੌਣ ਦਿੰਦਾ, ਕੌਣ ਸਨਮਾਨ ਦਿੰਦਾ। ਪਰ ਜਦੋਂ ਮਨ ਦੇ ਅੰਦਰ ਗੁਰਬਾਣੀ ਵਸੀ ਹੋਵੇਗੀ, ਨਿਮਰਤਾ ਹੋਵੇਗੀ ਨਾ, ਉਦੋਂ ਫਿਰ ਅੱਤ ਦਾ ਗਰੀਬ ਬੰਦਾ ਉਹਦੇ ਅੱਗੇ ਵੀ ਮਨੁੱਖ ਝੁਕਦਾ ਹੈ, ਸਤਿਕਾਰ ਕਰਦਾ ਉਹਦਾ। ਗਰੀਬ ਦਾ ਬੱਚਾ ਹੋਵੇਗਾ, ਉਹਨੂੰ ਵੀ ਮਨੁੱਖ ਪਿਆਰ ਕਰੇਗਾ, ਜਦੋਂ ਅੰਦਰ ਨਿਮਰਤਾ ਹੋਵੇਗੀ, ਗੁਰਬਾਣੀ ਵਸੀ ਹੋਏਗੀ। ਅਮੀਰਾਂ ਦੇ ਬੱਚਿਆਂ ਨੂੰ ਤਾਂ ਸਾਰੇ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ। ਗਰੀਬਾਂ ਦੇ ਬੱਚਿਆਂ ਨੂੰ ਸਤਿਕਾਰ ਉਹੀ ਕਰੇਗਾ ਜਿਹਦੇ ਅੰਦਰ ਗੁਰਬਾਣੀ ਵਸ ਗਈ, ਨਿਮਰਤਾ ਵਸ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਨਿਮਰਤਾ ਅੰਦਰ ਹੋ ਜਾਏਗੀ ਜਦੋਂ, ਉਦੋਂ ਕੀ ਹੋਏਗਾ? ਇਉਂ ਕਰਕੇ ਮਨ ਹੀ ਮਨ ਦੇ ਵਿੱਚ ਮਨੁੱਖ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਜੇ ਤੇਰੀ ਗੁਰਬਾਣੀ ਸਾਡੇ ਹਿਰਦੇ ਦੇ ਅੰਦਰ ਵਾਸੀ ਗਈ ਹੈ ਨਾ, ਤੇ ਮੇਰੇ ਮਾਲਕਾ ਜੇ ਤੂੰ ਸਾਨੂੰ ਗਿਆਨ ਬਖਸ਼ੀ ਦਿੱਤਾ ਹੈ ਨਾ, ਜੇ ਸਾਨੂੰ ਧਿਆਨ ਲਾਉਣਾ ਤੂੰ ਬਖਸ਼ੀ ਦਿੱਤਾ ਹੈ ਨਾ, ਇਹ ਤੇਰੀਆਂ ਬਖਸ਼ਿਸ਼ਾਂ ਨੇ, ਸਾਡਾ ਕੁਛ ਵੀ ਨਹੀਂ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਤੇ ਫਿਰ ਕੀ ਹੋਏਗਾ? ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਹ ਨਾਨਕ ਸਾਰਿਆਂ ਤੋਂ ਵੱਡਾ ਜਿਹੜਾ ਫਿਰ ਸਤਿਗੁਰੂ ਹੈ, ਇਹ ਨਾਨਕ ਉਹ ਸਾਡੀ ਲੋਕ ਔਰ ਪਰਲੋਕ ਦੇ ਅੰਦਰ ਸਾਡੀ ਉਹ ਰਾਖੀ ਕਰਦਾ ਹੈ। ਇਸ ਕਰਕੇ ਗਿਆਨ ਜਿੰਨਾ ਮਰਜ਼ੀ ਆ ਜਾਵੇ, ਗੁਰੂ ਦੇ ਨਿਰੰਕਾਰ ਦੇ ਚਰਨਾਂ ਵਿੱਚ ਧਿਆਨ ਜੋੜਨਾ ਜਿੰਨਾ ਮਰਜ਼ੀ ਆ ਜਾਵੇ, ਬੜਾ ਵੱਡਾ ਗੁਣ ਹੈ। ਆ ਗਿਆ, ਸਤਿਗੁਰੂ ਜੀ ਕਹਿੰਦੇ ਨੇ ਉਸ ਤੋਂ ਵੀ ਜ਼ਿਆਦਾ ਤੇਰੇ ਅੰਦਰ ਨਿਮਰਤਾ ਹੋ ਜਾਣੀ ਚਾਹੀਦੀ ਹੈ। ਇਹ ਸਤਿਗੁਰੂ ਜੀ ਦੀ ਸਿੱਖਿਆ ਤੇਰੇ ਅੰਦਰ ਵਸ ਜਾਣੀ ਚਾਹੀਦੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸਮਝ ਆ ਜੇ ਤੁਹਾਡੇ ਜੀਵਨ ਦੇ ਵਿੱਚੋਂ ਇਹ ਝਲਕ ਪੈਣੀ ਚਾਹੀਦੀ ਹੈ ਹਰੇਕ ਮਨੁੱਖ ਨੂੰ ਵੀ ਇਹਨੇ ਗੁਰੂ ਦੀ ਸਤਸੰਗਤ ਕਰਦਾ, ਤਾਂ ਹੀ ਇਹਦੇ ਵਿੱਚ ਨਿਮਰਤਾ ਆ ਗਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੇ ਤੇਰੇ ਨਾਲ। ਸਤਿਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਮੇਰਿਆ ਮਨਾ ਤੂੰ ਨਾਮ ਨੂੰ ਸੰਭਾਲਣਾ ਕਰ, ਸਿਮਰਨ ਕਰ, ਤੂੰ ਪ੍ਰਮਾਤਮਾ ਦੀ ਬੰਦਗੀ ਕਰ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਦਾ ਧਨ ਜਦੋਂ ਕਮਾਵੇਂਗਾ ਨਾ, ਤੇ ਸਤਿਗੁਰੂ ਜੀ ਕਹਿੰਦੇ ਸਦਾ ਨਿਭੈ ਚੱਲੇ ਤੇਰੇ ਨਾਲ। ਇਹ ਦੁਨਿਆਵੀ ਧਨ ਵਰਗਾ ਨਹੀਂ ਹੈ। ਦੁਨਿਆਵੀ ਧਨ ਤਾਂ ਆਪਾਂ ਵੇਖਦੇ ਹਾਂ ਕਈ ਵਾਰ ਮਨੁੱਖ ਨੂੰ ਜਿਉਂਦੇ ਜੀ ਛੱਡ ਜਾਂਦਾ ਹੈ, ਘਰ ਦੇ ਵਿੱਚ ਕੰਗਾਲਤਾ ਆ ਜਾਂਦੀ ਹੈ, ਕੋਈ ਵਜ੍ਹਾ ਬਣ ਜਾਂਦੀ ਹੈ। ਮਨੁੱਖ ਚੰਗਾ ਭਲਾ ਅਮੀਰ ਸੀ, ਕੋਈ ਘਟਨਾ ਵਾਪਰ ਗਈ, ਅੱਤ ਦਾ ਗਰੀਬ ਬਣ ਗਿਆ। ਐਸਾ ਵੀ ਜੀਵਨ ਦੇ ਅੰਦਰ ਹੋ ਜਾਂਦਾ ਹੈ। ਜਿਉਂਦੇ ਜੀ ਵੀ ਦੁਨਿਆਵੀ ਧਨ ਛੱਡ ਜਾਂਦਾ ਹੈ, ਪਰ ਨਾਮ ਦਾ ਧਨ ਜਿਹੜਾ ਹੈ ਇਹ ਤਾਂ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਾਡੇ ਨਾਲ ਜਾਂਦਾ ਹੈ। ਸਦਾ ਨਿਭੈ ਚੱਲੇ ਤੇਰੇ ਨਾਲ। ਤਾਂ ਹੀ ਤਾਂ ਸਤਿਗੁਰੂ ਜੀ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਉਸ ਨਾਮ ਦਾ ਧਨ ਇਕੱਠਾ ਕਰੀਏ ਜਿਹੜਾ ਲੋਕ ਔਰ ਪਰਲੋਕ ਦੇ ਅੰਦਰ ਸਾਡੇ ਸਹਾਈ ਹੋਣ ਵਾਲਾ ਹੈ। ਰਹਾਉ ਗੁਰਮੁਖ ਜਾਤ ਪਤ ਸਚ ਸੋਏ, ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖ ਜਾਤ ਪਤ ਸੱਚ ਸੋਏ, ਜਿਹੜਾ ਗੁਰਮੁਖ ਬਣ ਗਿਆ, ਪਰਮਾਤਮਾ ਦੀ ਬੰਦਗੀ ਕਰਨ ਲੱਗ ਪਿਆ, ਪਰਮਾਤਮਾ ਨਾਲ ਇੱਕ-ਮਿਕ ਹੋ ਗਿਆ, ਅਭੇਦ ਹੋ ਗਿਆ। ਸਤਿਗੁਰੂ ਜੀ ਕਹਿੰਦੇ ਜਾਤ ਪਤ ਸੱਚ ਸੋਏ, ਨਾਮ ਹੀ ਉਹਦੀ ਜਾਤ ਬਣ ਜਾਂਦੀ ਹੈ, ਨਾਮ ਹੀ ਉਹਦੀ ਇੱਜ਼ਤ ਬਣ ਜਾਂਦੀ ਹੈ। ਵੇਖੀਏ ਕਿਤੇ ਇਤਿਹਾਸ ਦੇ ਅੰਦਰ ਵੀ ਨਜ਼ਰ ਮਾਰ ਕੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਹੈ ਕਸੂਹੀ ਰਾਗ ਦੇ ਅੰਦਰ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਵੇਖੋ ਭਾਈ ਦੁਨੀਆ ਜਿਨ੍ਹਾਂ ਨੂੰ ਨੀਵਿਆਂ ਕਹਿੰਦੀ ਹੈ, ਸ਼ੂਦਰ ਕਹਿੰਦੀ ਹੈ, ਨੀਵੀਂ ਜਾਤ ਦੇ ਨੇ, ਉਹ ਵੀ ਜਦੋਂ ਪਰਮਾਤਮਾ ਦੀ ਬੰਦਗੀ ਕਰਦੇ ਨੇ ਨਾ, ਉਹ ਵੀ ਬੜੇ ਉੱਚੇ ਔਰ ਸੁੱਚੇ ਹੋ ਜਾਂਦੇ ਨੇ।
ਤੇ ਸਤਿਗੁਰੂ ਜੀ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਜਿਸ ਕਰ ਜਾਏ। ਸਤਿਗੁਰੂ ਜੀ ਕਹਿੰਦੇ ਬਿਦਰ ਨੂੰ ਪੁੱਛ ਲਵੋ ਵੀ ਜਿਹਨੇ ਪ੍ਰਮਾਤਮਾ ਦੀ ਬੰਦਗੀ ਕਰੀ, ਨਾਮ ਜਪਿਆ, ਸਿਮਰਨ ਕੀਤਾ, ਅੱਤ ਦੇ ਭਾਵੇਂ ਉਹਨੂੰ ਸ਼ੂਦਰ ਕਿਹਾ ਜਾਂਦਾ ਸੀ ਕਿਉਂਕਿ ਉਹਦੀ ਮਾਤਾ ਜਿਹੜੀ ਸੀ ਉਹ ਨੀਵੀਂ ਜਾਤ ਦੀ ਸੀ, ਉਹਨੂੰ ਸ਼ੂਦਰ ਕਿਹਾ ਜਾਂਦਾ ਸੀ। ਔਰ ਇੰਨਾ ਜ਼ਿਆਦਾ ਉਹਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਕਿ ਕ੍ਰਿਸ਼ਨ ਜਿਹੜਾ ਸੀ ਸਮੇਂ ਦਾ ਅਵਤਾਰੀ ਪੁਰਸ਼ ਸੀ, ਉਹ ਦੁਰਯੋਧਨ ਨੂੰ ਛੱਡ ਕੇ ਤੇ ਉਹਦੇ ਘਰ ਵਿੱਚ ਅਲੂਣਾ ਸਾਗ ਖਾ ਕੇ ਵੀ ਆਨੰਦ ਮਾਣਦਾ ਹੈ। ਭਾਵ ਕਿ ਜਦੋਂ ਕੋਈ ਮਨੁੱਖ ਪ੍ਰਮਾਤਮਾ ਦੀ ਬੰਦਗੀ ਕਰ ਲੈਂਦਾ, ਹੋਰ ਆਪਾਂ ਲੈ ਲਈਏ ਪ੍ਰਮਾਣ, ਭਗਤ ਰਵਿਦਾਸ ਜੀ ਵਰਗੇ ਪ੍ਰਮਾਤਮਾ ਨਾਲ ਭੇਦ ਹੋ ਗਏ, ਜੁੱਤੀਆਂ ਗੰਢਦਾ ਸੀ, ਮਰੇ ਹੋਏ ਡੰਗਰ ਜਿਹੜੇ ਸੀ ਪਿੰਡਾਂ 'ਚੋਂ ਚੁੱਕ ਕੇ ਲਿਆ ਕੇ ਉਹਦੇ ਚਮੜੇ ਦੀਆਂ ਜੁੱਤੀਆਂ ਬਣਾਉਣੀਆਂ, ਤੇ ਦੁਨਿਆਵੀ ਮਨੁੱਖ ਤਾਂ ਉਹਨਾਂ ਦੇ ਕੋਲ ਨਹੀਂ ਕੋਈ ਬਹਿੰਦਾ ਹੋਣਾ, ਇਹ ਮਰੇ ਡੰਗਰ ਚੱਕੀ ਫਿਰਦਾ, ਇਹਦੇ ਕੋਲ ਕਿਵੇਂ ਬੈਠ ਜਾਈਏ, ਨਹੀਂ ਕੋਈ ਬਹਿੰਦਾ ਹੋਣਾ। ਪਰ ਪ੍ਰਮਾਤਮਾ ਉਹਨਾਂ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਸੀ, ਉਹਨਾਂ ਦੇ ਅੱਗੇ ਪਿੱਛੇ ਪ੍ਰਮਾਤਮਾ ਤੁਰਿਆ ਫਿਰਦਾ ਸੀ। ਕਿਉਂ? ਕਿਉਂਕਿ ਪ੍ਰਮਾਤਮਾ ਦੀ ਬੰਦਗੀ ਹੈ, ਕਿਰਤ ਭਾਵੇਂ ਕਿਹੋ ਜੀ ਹੈ, ਸੱਚੀ ਸੁੱਚੀ ਕਿਰਤ ਹੈ, ਪਰ ਹਿਰਦੇ ਦੇ ਅੰਦਰ ਪ੍ਰਮਾਤਮਾ ਆਪ ਵਸਿਆ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪਣ ਵਾਲਿਆਂ ਦੀ ਜਾਤ ਔਰ ਇੱਜ਼ਤ ਪੱਤ ਜਿਹੜੀ ਹੈ ਉਹ ਪ੍ਰਮਾਤਮਾ ਦਾ ਨਾਮ ਬੜੀ ਉੱਚੀ ਸੁੱਚੀ ਕਰ ਦਿੰਦਾ। ਹੁਣ ਵੇਖੋ ਕਿਤੇ ਵਿਚਾਰ ਕਰਕੇ, ਜਦੋਂ ਭਗਤ ਰਵਿਦਾਸ ਜੀ ਸਨ ਸਰੀਰਕ ਤੌਰ ਤੇ, ਵੈਸੇ ਤਾਂ ਅੱਜ ਵੀ ਸਾਡੇ ਕੋਲ ਨੇ ਸ਼ਬਦ ਦੇ ਰੂਪ ਦੇ ਵਿੱਚ, ਜਦੋਂ ਸਰੀਰਕ ਤੌਰ ਤੇ ਸਨ ਉਸ ਸਮੇਂ ਵੀ ਤਾਂ ਇਵੇਂ ਹੀ ਆਬਾਦੀ ਸੀ, ਕਿੰਨੇ ਲੋਕ ਸਨ, ਕਿੰਨੇ, ਉਦੋਂ ਰਾਜਾ ਕਿਹੜਾ ਸੀ ਕਿਸੇ ਨੂੰ ਨਹੀਂ ਪਤਾ ਹੋਣਾ। ਪਰ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਨਾਮ ਜਪਿਆ ਉਹ ਉਦੋਂ ਵੀ ਸਨ, ਲੋਕ ਉਦੋਂ ਵੀ ਉਹਨਾਂ ਦਾ ਸਤਿਕਾਰ ਕਰਦੇ ਸਨ, ਅੱਜ ਵੀ ਉਹਨਾਂ ਨੂੰ ਆਪਾਂ ਮੱਥਾ ਟੇਕ ਰਹੇ ਹਾਂ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ, ਉਦੋਂ ਭਗਤ ਰਵਿਦਾਸ ਜੀ ਨੂੰ ਵੀ ਟੇਕਦੇ ਹਾਂ। ਕਿੰਨੇ ਹੀ ਭਗਤ ਨੇ ਜਿਨ੍ਹਾਂ ਦੀ ਜਾਤ ਦੁਨਿਆਵੀ ਤੌਰ ਤੇ ਨੀਵੀਂ ਸੀ, ਪਰ ਪ੍ਰਮਾਤਮਾ ਦੀ ਬੰਦਗੀ ਕਰਕੇ ਉਹ ਉੱਚੇ ਸੁੱਚੇ ਹੋ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਸ ਸ਼ਬਦ ਦੇ ਅੰਦਰ ਭਗਤਾਂ ਦਾ ਜ਼ਿਕਰ ਕੀਤਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੁਮੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੇ ਸਤਿਗੁਰੂ ਜੀ ਕਹਿੰਦੇ ਇਹ ਕਿੰਨੇ ਭਗਤ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਬੰਦਗੀ ਕਰਕੇ ਤੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਜਾਤ ਪਾਤ ਦੁਨਿਆਵੀ ਤੌਰ ਤੇ ਨੀਵੀਂ ਸੀ, ਪਰ ਉਹ ਬੜੇ ਉੱਚੇ ਸੁੱਚੇ ਹੋ ਗਏ। ਜਦੋਂ ਤਿੱਕਰ ਸੰਸਾਰ ਰਹੇਗਾ ਨਾ, ਉਦੋਂ ਤਿੱਕਰ ਇਹਨਾਂ ਭਗਤਾਂ ਦਾ ਸਤਿਕਾਰ ਹੁੰਦਾ ਰਹੇਗਾ। ਦੁਨੀਆ ਕਹਿੰਦੀ ਸੀ ਨੀਵੀਂ ਜਾਤ ਦੇ ਨੇ, ਪਰ ਇਹ ਤਾਂ ਬਹੁਤ ਉੱਚੇ ਸੁੱਚੇ ਹੋ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਲੋਕ ਕੋਲ ਨਹੀਂ ਸਨ ਬਹਿੰਦੇ ਬਾਬਾ ਨਾਮਦੇਵ ਜੀ ਦੇ, ਗੋਬਿੰਦ ਗੋਬਿੰਦ ਕਰਕੇ ਉਹ ਸਾਰੀ ਦੁਨੀਆ ਤੋਂ ਉੱਚੇ ਸੁੱਚੇ ਹੋ ਗਏ। ਕਹਿੰਦੇ ਸੀ ਲੋਕ, ਕਹਿੰਦੇ ਸੀ ਅੱਧੀ ਦਮੜੀ ਦਾ ਇਹ ਤਾਂ ਬੰਦਾ ਹੈ, ਆੜ ਦਾਮ ਕੋ ਸ਼ੀਪਰੋ ਸ਼ੀਪਿਆਂ ਦਾ ਮੁੰਡਾ ਹੈ, ਹੋਇਓ ਲਾਖੀਨਾ ਉੱਚਾ ਸੁੱਚਾ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਬੀਰ ਨੂੰ ਕਹਿੰਦੇ ਸੀ ਜੁਲਾਹਾ ਹੈ, ਮੁਸਲਮਾਨ ਹੈ, ਕੋਈ ਨੇੜੇ ਨਹੀਂ ਸੀ ਬਹਿੰਦਾ, ਤੇ ਅੱਜ ਸਾਰੀ ਦੁਨੀਆ ਉਹਨਾਂ ਦੇ ਅੱਗੇ ਝੁਕਦੀ ਪਈ ਹੈ। ਔਰ ਇਸੇ ਤਰ੍ਹਾਂ ਰਵਿਦਾਸ ਢੁਮੰਤਾ ਢੋਰ ਨੀਤ ਢੋ ਕੇ ਲਿਆ ਕੇ ਡੰਗਰ ਮਰੇ ਹੋਏ ਲਿਆ ਕੇ ਜੁੱਤੀਆਂ ਬਣਾਉਂਦਾ ਸੀ। ਕੌਣ ਉਹਨਾਂ ਨੂੰ ਜਾਣਦਾ ਸੀ, ਕੌਣ ਉਹਨਾਂ ਕੋਲ ਬੈਠਦਾ ਸੀ? ਪਰਮਾਤਮਾ ਦੀ ਬਖਸ਼ਿਸ਼ ਹੋਈ, ਸਾਰੀ ਦੁਨੀਆ ਉਹਨਾਂ ਅੱਗੇ ਝੁਕਦੀ ਪਈ ਹੈ। ਸੈਣ ਨਾਈ ਬੁਤਕਾਰੀਆ, ਬੁਤਕਾਰੀਆ ਤੋਂ ਭਾਵ ਹੁੰਦਾ ਹੈ ਮਾਲਿਸ਼ ਕਰਨ ਵਾਲਾ ਜਾਂ ਸੁਨੇਹੇ ਜਿਹੜੇ ਨੇ ਇੱਧਰ ਦੇ ਉੱਧਰ ਚੰਗੇ ਮਾੜੇ ਕੰਮਾਂ ਦੇ ਸੁਨੇਹੇ ਪਹੁੰਚਾਉਣ ਵਾਲਾ, ਉਹ ਸੈਣ ਨਾਈ ਸੀ, ਭਗਤਾਂ ਦੇ ਵਿੱਚ ਗਿਣਿਆ ਗਿਆ। ਤੇ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ
ये सारे भगतां दे बारे जदों ज्ञान होया सुनिया, भगत धन्ने ने, वो भी भगती दे विच लग गया ते प्रतख सामने आके परमात्मा ने प्रतख रूप दे विच दर्शन दिते। कोई जात होवे कोई पात होवे, जदों मनुख परमात्मा की बंदगी करन लग जांदा है, सतगुरु जी कहंदे उच्चा सुच्चा हो जांदा है। गुरमुख अंतर सिखाई प्रभ होए, गुरमुखां नूं अंतर आत्मे हो के परमात्मा जिहड़ा है सिखाई, सिखाई दा अर्थ हुंदा बेली मित्र, उन्हां दा मित्र बन जांदा है परमात्मा, लोक और परलोक दा मित्र बन जांदा है। हुण आपां वेखदे हां दुनिया दे अंदर कई वार माड़े चंगे दिन आ जाण, रिश्तेदार भैणां भरा कई बार छड्ड जांदे ने, ते जिहड़ा सच्चा सुच्चा मित्र होवे ना वो कदे साथ नहीं छड्डदा। तां ही सतगुरां ने उदाहरण दित्ती, भाई गुरमुख बन गया जदों आपां प्रभु परमात्मा वाहिगुरू साडा मित्र बन गया, उदों फिर लोक और परलोक दा वो साथी बन जांदा। गुरमुख जिसनूं आप करे सो होए, गुरमुख आप वडाई देवै सोय। सतगुरु जी कहंदे ने जदों तुसी गुरमुख बन गए ना ते आह गुण ना भुल्लिया जे। ये गुण की है? गुरमुख बन के भी कहना सच्चे पातशाह तू मैनू गुरमुख बनाया तो मैं गुरमुख बनया हाँ, नहीं तो मनमुख लोग दुनिया के अंदर दर बदर भटकते ही फिरते हैं। मेरे उत्ते तू किरपा कीती है मेरे सतगुरु, मैनू तू ਉਹਦੇ चरणों नाल जोड़ लिया है। इवें की होएगा? कहण नाल मन दे विच हौमे नहीं आवेगी, नहीं तो हंकार आ टक्करदा है। हंकार आण के मन के अंदर वड़ जांदा, कहंदा मैं गुरमुख बन गया, वो फलाना भी मनमुख बनया फिरदा, फलाना भी दर बदर भटकदा फिरदा। इउं नहीं, जदों कहांगे सच्चे पातशाह तू सानू ਉਹਦੇ चरणों नाल जोड़िया है, तू अपनी किरपा करके जोड़िया है, फिर मन के अंदर हौमे नहीं आएगी। गुरमुख जिसनूं आप करे सो होए, तू सानू गुरमुख बनाया है ते असीं गुरमुख बने। गुरमुख आप वडाई देवे सोए, गुरमुखां नूं तू आप वडियाइयां बख्शदा है। गुरमुख शब्द सच करनी सारा, गुरमुख नानक परवारै साधार। गुरमुख शब्द सच करनी सार, जिहड़ा मनुख गुरमुख बन गया शब्द दे नाल जुड़ जांदा, सच्चे शब्द दे नाल, जिहड़ा सਦੀवी रहण वाला, कदे नाश नहीं होण वाला। करनी सार, सार दा अर्थ हुंदा सर्वश्रेष्ठ, सब तो उत्तम। सतगुरु जी कहंदे ने आही कुछ है, सब तो उत्तम शब्द दे नाल, सच्चे शब्द दे नाल जुड़ जाना। जिवें आपां गुरबाणी दे अंदर पढ़दे हां ना, सतगुरु जी की पवित्र गुरबाणी का फरमान है, सब ते उत्तम हर की कथा नाम सुनत दर्द दुख लथा। सतगुरु जी कहते सब तो उत्तम की है? हर की कथा, परमात्मा की जिहड़ी कथा विचार है वो सारियां तो उच्ची सुची है। क्यों उच्ची सुची है? कथा करन दे नाल, सुनन दे नाल सानू समझ आउंदी है, जीवन जाच आउंदी है, और परमात्मा नाल जुड़न का जिहड़ा रस्ता है वो साफ हो जाता है। इस करके सतगुरु जी गरीब निवाज सानू समझाउंदे ने, गुरमुख शब्द सच करनी सार। गुरमुख बन के शब्द की विचार नाल जुड़ना जिहड़ा सर्वश्रेष्ठ उत्तम कारज है। गुरमुख नानक परवार ऐसा आधार, जिहड़ा गुरमुख बन गया, धन गुरु अमरदास सच्चे पातशाह बख्शिश करते हैं, परवार ऐसा आधार, उनका अपना भी सुधार कर लेंदा है, अपने परिवार का भी सुधार कर लेंदा है, ਉਹਦਾ जीवन शुद्ध हो जाता, परिवार का भी जीवन शुद्ध हो जाता है। इत्थों तक हो जाता है। सतगुरु जी कहते हैं, आपां गुरबाणी के अंदर पढ़ते हैं ना, जिनी नाम ध्याया गै मशक्कत घाल, नानक ते मुख उजले केती छुट्टी नाल। जे किते एक मनुख भी नाम जप लवे ना, ਉਹਦੇ ਨਾਲ पता नहीं किन्नियां दा ही उधार हो जाता है, किन्नियां दा सुधार हो जाता है, किड्डियां वड्डियां बख्शिशां हो जांदियां ने, किन्नियां वड्डियां रहमतां हो जांदियां ने। आपां भी इस रहमतां दे पात्र बनना है। गुरमुख बन के गुरु चरनां नाल जुड़ के गुरबाणी पढ़ के गुरबाणी सुन के मनुखा जन्म सफला हो जाता है। इउं सतगुरां ने किरपा कीती, अज दे इस पावन पवित्र शब्द के विचार नाल आपां जुड़ना कीता जी। थोड़ी मत होण करके अनेकां ही भुल्लां हो जांदियां ने, क्योंकि गुरबाणी अगम अगाध बोध अथाह है, इहदा कोई पारावार नहीं, अथाह समुंदर है, तरना आउंदा नहीं। इस करके कई बार गोते भी आ जाते हैं, भाव के कई गलतियां हो जांदियां ने। सतगुरु बख्शनहार ने, बख्श लैणगे, समर्थ बख्शन।
ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਅਸੀਂ ਆਪਣਾ ਮਨੁੱਖਾ ਜਨਮ ਸਫਲਾ ਕਰਨਾ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ।